ਅੱਜ ਮੈਂ ਤੁਹਾਨੂੰ ਨਵਾਂ ਚੈਪਟਰ ਸ਼ੁਰੂ ਕਰਵਾਉਣ ਜਾ ਰਹੀ ਹਾਂ ਜਿਸ ਦਾ ਨਾਮ ਹੈ ਮੈਗਨੈਟਿਕ ਇਫੈਕਟ ਆਫ ਇਲੈਕਟ੍ਰਿਕ ਕਰੰਟ। ਅੱਜ ਦੇ ਚੈਪਟਰ ਵਿੱਚ ਅਸੀਂ ਕੁਝ ਟੌਪਿਕਸ ਕਵਰ ਕਰਨੇ ਹਨ। ਸਭ ਤੋਂ ਪਹਿਲਾ ਟੌਪਿਕ ਹੋਵੇਗਾ ਕਨਸੈਪਟ ਆਫ ਮੈਗਨੈਟਿਕ ਫੀਲਡ, ਨੈਕਸਟ ਔਸਟਰਜ਼ ਐਕਸਪੈਰੀਮੈਂਟ, ਉਸ ਤੋਂ ਬਾਅਦ ਬਾਇਰਡ-ਸੈਵਰਟ ਲਾਅ, ਉਸ ਤੋਂ ਬਾਅਦ ਮੈਗਨੈਟਿਕ ਫੀਲਡ ਐਟ ਅ ਪੁਆਇੰਟ ਔਨ ਦੀ ਐਕਸਿਸ ਆਫ ਲੂਪ ਐਂਡ ਲਾਸਟ ਵਿੱਚ ਆਪਾਂ ਕੁਝ ਨੂਮੈਰੀਕਲਸ ਦੀ ਪ੍ਰੈਕਟਿਸ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਕਰਾਂਗੇ ਕਨਸੈਪਟਸ ਆਫ ਮੈਗਨੈਟਿਕ ਫੀਲਡ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ, ਮੈਗਨੈਟਿਕ ਫੀਲਡ ਦਾ ਮਤਲਬ ਹੈ ਚੁੰਬਕੀ ਪ੍ਰਭਾਵ। ਜੇ ਸਾਡੇ ਕੋਲ ਇੱਕ ਮੈਗਨੇਟ ਹੈ ਜਿਸ ਦੇ ਦੋ ਪੋਲਸ ਹੁੰਦੇ ਹਨ, ਨਾਰਥ ਪੋਲ ਐਂਡ ਸਾਊਥ ਪੋਲ, ਇਸ ਮੈਗਨੇਟ ਦੇ ਅਰਾਊਂਡ ਮੈਗਨੈਟਿਕ ਫੀਲਡ ਜਾਂ ਚੁੰਬਕੀ ਪ੍ਰਭਾਵ ਐਕਸਪੀਰੀਅੰਸ ਕੀਤਾ ਜਾ ਸਕਦਾ ਹੈ। ਉਸ ਚੁੰਬਕੀ ਪ੍ਰਭਾਵ ਨੂੰ ਅਸੀਂ ਇਮੈਜਿਨਰੀ ਲਾਈਨਸ ਨਾਲ ਰਿਪਰੈਜ਼ੈਂਟ ਕਰ ਸਕਦੇ ਹਾਂ। Hence, magnetic field lines are the imaginary lines used to calculate the extent of strength of magnetic field. Next ਅਸੀਂ ਪੜ੍ਹਦੇ ਹਾਂ ਇਹਨਾਂ ਦੀਆਂ ਕੁਝ properties। ਸਭ ਤੋਂ ਪਹਿਲੀ property, magnetic field lines move from north pole of the magnet to its south pole outside the magnet and vice versa inside। ਮਤਲਬ ਅੰਦਰੋਂ ਇਹ magnetic field lines from south pole to north pole move ਕਰਦੀਆਂ ਨੇ। These lines are curved and continuous. Next, these lines are parallel to each other, ਜਿਸ ਦਾ ਮਤਲਬ ਇਹ ਲਾਈਨਸ ਕਦੇ ਵੀ ਇੱਕ ਦੂਜੇ ਨਾਲ ਇੰਟਰਸੈਕਟ ਨਹੀਂ ਕਰਦੀਆਂ, ਇੱਕ ਦੂਜੇ ਨੂੰ ਕਦੇ ਵੀ ਮੀਟ ਨਹੀਂ ਕਰਦੀਆਂ। ਹੁਣ ਨੈਕਸਟ ਹੈ, ਜੇ ਅਸੀਂ ਇਹਨਾਂ ਮੈਗਨੇਟਸ ਦੀ ਕੋਈ ਡਾਇਰੈਕਸ਼ਨ ਪਤਾ ਕਰਨੀ ਹੋਵੇ ਤਾਂ ਅਸੀਂ ਉਹ ਕਿਵੇਂ ਪਤਾ ਕਰਨੀ ਹੈ। ਡਾਇਰੈਕਸ਼ਨ ਪਤਾ ਕਰਨ ਲਈ ਸਾਡੇ ਕੋਲੇ ਮੈਗਨੈਟਿਕ ਕੰਪਸ ਹੁੰਦੀ ਹੈ। ਮੈਗਨੈਟਿਕ ਕੰਪਸ ਐਕਚੁਅਲ ਵਿੱਚ ਸਾਨੂੰ ਕੀ ਦੱਸਦੀ ਹੈ? ਇਹ ਸਾਨੂੰ ਪ੍ਰੈਜ਼ੈਂਸ ਆਫ ਮੈਗਨੈਟਿਕ ਫੀਲਡ ਐਂਡ ਪੋਲੈਰਿਟੀ ਦੱਸਦੀ ਹੈ, ਜਿਸ ਦੇ ਕਾਰਨ ਅਸੀਂ ਡਾਇਰੈਕਸ਼ਨ ਦੀ ਵੀ ਪਤਾ ਕਰ ਸਕਦੇ ਹਾਂ। ਨੈਕਸਟ ਟੌਪਿਕ ਜਿਹੜਾ ਅਸੀਂ ਕਰਨਾ ਹੈ, that is Oster's experiment. In 1820, Oster discovered the magnetic effect of electric current। ਇਸ ਦਾ ਮਤਲਬ ਹੈ ਔਸਟਰ ਨੇ 1820 ਵਿੱਚ ਮੈਗਨੈਟਿਕ ਇਫੈਕਟ ਯਾਨੀ ਕਿ ਚੁੰਬਕੀ ਪ੍ਰਭਾਵ ਐਕਸਪੀਰੀਅੰਸ ਕੀਤਾ ਡਿਊ ਟੂ ਇਲੈਕਟ੍ਰਿਕ ਕਰੰਟ। ਇਲੈਕਟ੍ਰਿਕ ਕਰੰਟ ਕਿਸ ਦੇ ਕਰਕੇ ਹੁੰਦਾ ਹੈ? ਇਲੈਕਟ੍ਰਿਕ ਕਰੰਟ ਹੁੰਦਾ ਹੈ ਮੂਵਿੰਗ ਚਾਰਜਸ ਕਰਕੇ। ਇਸ ਐਕਸਪੈਰੀਮੈਂਟ ਨੂੰ ਕਰਨ ਲਈ ਉਸਨੇ ਕੁਝ ਕਨੈਕਟਿੰਗ ਵਾਇਰਸ ਲਈਆਂ, ਇੱਕ ਬੈਟਰੀ ਲਈ, ਇੱਕ ਸਵਿਚ ਲਈ ਅਤੇ ਇੱਕ ਮੈਗਨੈਟਿਕ ਨੀਡਲ ਲਈ, ਜਿਸ ਦੀ ਵਰਤੋਂ ਨਾਲ ਅਸੀਂ ਮੈਗਨੈਟਿਕ ਇਫੈਕਟ ਜਾਂ ਚੁੰਬਕੀ ਪ੍ਰਭਾਵ ਪਤਾ ਕਰ ਸਕਦੇ ਹਾਂ। ਉਸਨੇ ਕੰਡਕਟਿੰਗ ਵਾਇਰਸ, ਬੈਟਰੀ ਅਤੇ ਸਵਿਚ ਦੀ ਹੈਲਪ ਨਾਲ ਇੱਕ ਸਰਕਿਟ ਪ੍ਰੋਡਿਊਸ ਕੀਤਾ। ਉਹ ਸਰਕਿਟ ਇਸ ਤਰੀਕੇ ਦਾ ਹੈ। ਬੈਟਰੀ ਦਾ ਪੋਜ਼ਿਟਿਵ ਐਂਡ ਨੈਗੇਟਿਵ ਟਰਮੀਨਲ ਇੱਥੇ ਬਹੁਤ ਇੰਪੋਰਟੈਂਟ ਹੈ। ਜਿਵੇਂ ਹੀ ਉਸਨੇ ਸਵਿਚ ਨੂੰ ਔਨ ਕੀਤਾ, ਇਸ ਸਰਕਿਟ ਦੇ ਵਿੱਚੋਂ ਕਰੰਟ ਪ੍ਰੋਡਿਊਸ ਹੋਣ ਲੱਗ ਗਿਆ। ਜਿਵੇਂ ਹੀ ਕਰੰਟ ਪ੍ਰੋਡਿਊਸ ਹੋਣ ਲੱਗਿਆ, ਜਿਹੜੀ ਮੈਗਨੈਟਿਕ ਕੰਪਸ ਨੀਡਲ ਇਸ ਸਰਕਿਟ ਦੇ ਬਹੁਤ ਕੋਲ ਪਈ ਸੀ, ਉਸਨੇ ਡਿਫਲੈਕਸ਼ਨ ਸ਼ੋ ਕਰਨੀ ਸ਼ੁਰੂ ਕਰਤੀ। ਹੁਣ ਇਹ ਡਿਫਲੈਕਸ਼ਨ ਇਸ ਕਰਕੇ ਆਈ ਹੈ ਕਿਉਂਕਿ ਮੈਗਨੈਟਿਕ ਇਫੈਕਟ ਜਾਂ ਚੁੰਬਕੀ ਪ੍ਰਭਾਵ ਇਸ ਸਰਕਿਟ ਦੇ ਆਲੇ ਦੁਆਲੇ ਮਹਿਸੂਸ ਕੀਤਾ ਜਾ ਰਿਹਾ ਹੈ। ਨੈਕਸਟ ਐਕਸਪੈਰੀਮੈਂਟ ਵਾਸਤੇ ਉਸਨੇ ਕੀ ਕੀਤਾ? ਉਸਨੇ ਇਸ ਬੈਟਰੀ ਦੇ ਟਰਮੀਨਲਸ ਨੂੰ ਉਲਟਾ ਕਰ ਦਿੱਤਾ। ਬੈਟਰੀ ਦੇ ਟਰਮੀਨਲਸ ਨੂੰ ਉਲਟਾ ਕਰਨ ਦੇ ਨਾਲ ਐਕਚੁਅਲ ਵਿੱਚ ਕੀ ਹੋਇਆ? ਸਿਰਫ ਕਰੰਟ ਦੀ ਡਾਇਰੈਕਸ਼ਨ ਚੇਂਜ ਹੋ ਗਈ। ਸਵਿਚ ਔਨ ਕੀਤੀ, ਕਰੰਟ ਦੀ ਡਾਇਰੈਕਸ਼ਨ ਉਲਟੀ ਹੈ ਤਾਂ ਮੈਗਨੈਟਿਕ ਕੰਪਸ ਨੀਡਲ ਵਿੱਚ ਜਿਹੜੀ ਡਿਫਲੈਕਸ਼ਨ ਸ਼ੋ ਹੋਈ ਹੈ ਉਹ ਵੀ ਉਲਟੀ ਸ਼ੋ ਹੋ ਗਈ। Now, what are the observations of this experiment? ਇਸ ਐਕਸਪੈਰੀਮੈਂਟ ਤੋਂ ਆਪਾਂ ਕੀ ਓਬਜ਼ਰਵ ਕਰਦੇ ਹਾਂ? ਸਭ ਤੋਂ ਪਹਿਲਾ ਓਬਜ਼ਰਵੇਸ਼ਨ ਇਸ ਐਕਸਪੈਰੀਮੈਂਟ ਤੋਂ ਆਉਂਦੀ ਹੈ, ਮੈਗਨੈਟਿਕ ਨੀਡਲ ਡਿਫਲੈਕਟਸ ਇਨ ਦੀ ਪ੍ਰੈਜ਼ੈਂਸ ਆਫ ਅ ਕਰੰਟ ਕੈਰਿੰਗ ਵਾਇਰ। ਮਤਲਬ ਜਦੋਂ ਇੱਕ ਵਾਇਰ ਕਰੰਟ ਕੈਰੀ ਕਰੇਗੀ ਤਾਂ ਉੱਥੇ ਚੁੰਬਕੀ ਪ੍ਰਭਾਵ ਦਾ ਅਹਿਸਾਸ ਮਹਿਸੂਸ ਕੀਤਾ ਗਿਆ। ਦੂਸਰੀ ਓਬਜ਼ਰਵੇਸ਼ਨ ਹੈ, the sense of deflection is reversed when the sense of current is reversed। ਮਤਲਬ ਜਿਵੇਂ ਹੀ ਅਸੀਂ
ਬੈਟਰੀ ਨੂੰ ਉਲਟਾ ਕੀਤਾ, ਯਾਨੀ ਕਿ ਕਰੰਟ ਦੀ ਡਾਇਰੈਕਸ਼ਨ ਨੂੰ ਉਲਟਾ ਕਰਤਾ, ਤਾਂ ਡਿਫਲੈਕਸ਼ਨ ਜਿਹੜੀ ਕਿ ਮੈਗਨੈਟਿਕ ਕੰਪਸ ਨੀਡਲ ਵਿੱਚ ਆ ਰਹੀ ਸੀ ਉਹ ਵੀ ਉਲਟੀ ਹੋ ਗਈ। ਹੁਣ ਇਹਨਾਂ ਆਬਜ਼ਰਵੇਸ਼ਨਸ ਕਰਕੇ ਸਾਡੇ ਕੋਲੇ ਕੁਝ ਕਨਕਲੂਜਨਸ ਆਉਂਦੀਆਂ ਨੇ। ਸਭ ਤੋਂ ਪਹਿਲੀ ਕਨਕਲੂਜਨ ਹੈ ਅ ਕਰੰਟ ਕੈਰਿੰਗ ਵਾਇਰ ਇਜ਼ ਅ ਸੋਰਸ ਆਫ ਮੈਗਨੈਟਿਕ ਫੀਲਡ। ਮਤਲਬ ਕਰੰਟ ਦੇ ਕਰਕੇ ਮੈਗਨੈਟਿਕ ਫੀਲਡ ਜਾਂ ਚੁੰਬਕੀ ਪ੍ਰਭਾਵ ਪ੍ਰੋਡਿਊਸ ਹੋ ਰਿਹਾ ਹੈ। ਜਿਵੇਂ ਕਿ ਅਸੀਂ ਜਾਣਦੇ ਹੀ ਹਾਂ ਕਿ ਕਰੰਟ ਕਿਵੇਂ ਪ੍ਰੋਡਿਊਸ ਹੁੰਦਾ ਹੈ। ਕਰੰਟ ਪ੍ਰੋਡਿਊਸ ਹੁੰਦਾ ਹੈ ਮੂਵਿੰਗ ਚਾਰਜਸ ਦੇ ਨਾਲ। ਮੂਵਿੰਗ ਚਾਰਜਸ ਦੇ ਨਾਲ ਕਰੰਟ ਪ੍ਰੋਡਿਊਸ ਹੋਣ ਦੇ ਕਾਰਨ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਮੂਵਿੰਗ ਚਾਰਜ ਇਜ਼ ਆਲਸੋ ਅ ਸੋਰਸ ਆਫ ਮੈਗਨੈਟਿਕ ਫੀਲਡ। ਜਿੱਥੇ ਜਿੱਥੇ ਚਾਰਜ ਮੂਵ ਹੋਏਗਾ ਉੱਥੇ ਉੱਥੇ ਸਾਨੂੰ ਚੁੰਬਕੀ ਪ੍ਰਭਾਵ ਮਹਿਸੂਸ ਜ਼ਰੂਰ ਹੋਏਗਾ। ਹੁਣ ਅਸੀਂ ਔਸਟਰਡਸ ਐਕਸਪੈਰੀਮੈਂਟ ਤੋਂ ਇਹ ਗੱਲ ਸਮਝ ਚੁੱਕੇ ਹਾਂ ਕਿ ਚੁੰਬਕੀ ਪ੍ਰਭਾਵ ਪ੍ਰੋਡਿਊਸ ਹੋ ਰਿਹਾ ਹੈ। ਹੁਣ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਕਿੰਨਾ ਚੁੰਬਕੀ ਪ੍ਰਭਾਵ ਕਿਸੇ ਵੀ ਪੁਆਇੰਟ ਦੇ ਉੱਪਰ ਹੈ। ਇਹ ਚੁੰਬਕੀ ਪ੍ਰਭਾਵ ਦੀ ਵੈਲਿਊ ਸਾਨੂੰ ਬਾਇਟ-ਸਵਿਟ ਲਾਅ ਦੱਸੇਗਾ। According to Biot-Savart law, it gives us the magnetic field due to very fine, infinitely small current element. Biot-Savart law ਨੂੰ ਪਤਾ ਕਰਨ ਲਈ ਸਾਨੂੰ ਸਭ ਤੋਂ ਪਹਿਲਾਂ ਇੱਕ ਕੰਡਕਟਰ ਕੰਸੀਡਰ ਕਰਨਾ ਪਏਗਾ ਜਿਹਦੇ ਵਿੱਚੋਂ ਕਰੰਟ ਆਏ ਪਾਸ ਹੋ ਰਿਹਾ ਹੈ। ਇਸ ਕੰਡਕਟਰ ਦੇ ਵਿੱਚੋਂ ਸਾਨੂੰ ਇੱਕ ਬਹੁਤ ਸਮਾਲ ਪੋਰਸ਼ਨ AB ਆਫ ਲੈਂਥ DL ਕੰਸੀਡਰ ਕਰਨਾ ਹੈ। ਇਹ ਪੋਰਸ਼ਨ ਕੰਸੀਡਰ ਕਰਨ ਤੋਂ ਬਾਅਦ ਅਸੀਂ ਇੱਕ ਪੁਆਇੰਟ P ਲਵਾਂਗੇ ਜਿਹੜਾ ਕਿ ਹੈ ਇੱਕ ਡਿਸਟੈਂਸ R ਦੇ ਉੱਪਰ, ਜਿੱਥੇ ਅਸੀਂ ਮੈਗਨੈਟਿਕ ਫੀਲਡ ਦੀ ਵੈਲਿਊ ਪਤਾ ਕਰਨਾ ਚਾਹੁੰਦੇ ਹਾਂ। ਇਸ ਪੁਆਇੰਟ P ਦੀ ਡਾਇਰੈਕਸ਼ਨ R ਦੇ ਨਾਲ ਇਹ ਕੰਡਕਟਰ ਐਂਗਲ ਬਣਾ ਰਿਹਾ ਹੈ। ਉਸ ਐਂਗਲ ਨੂੰ ਅਸੀਂ ਥੀਟਾ ਕਹਿੰਦੇ ਹਾਂ। ਇਸ ਮੈਗਨੈਟਿਕ ਫੀਲਡ ਜੋ ਕਿ P ਪੁਆਇੰਟ ਦੇ ਉੱਪਰ ਪ੍ਰੋਡਿਊਸ ਹੋ ਰਹੀ ਹੈ, ਲੈਟ ਅਸ ਸਪੋਜ਼ ਇਹ ਮੈਗਨੈਟਿਕ ਫੀਲਡ ਦੀ ਵੈਲਿਊ DB ਹੈ। DB ਦੇ ਉੱਪਰ ਵੈਕਟਰ ਦੀ ਨੋਟੇਸ਼ਨ ਹੈ। ਇਸ ਦਾ ਮਤਲਬ ਤੁਸੀਂ ਹਮੇਸ਼ਾ ਯਾਦ ਰੱਖਣਾ ਹੈ, ਮੈਗਨੈਟਿਕ ਫੀਲਡ ਜਾਂ ਚੁੰਬਕੀ ਪ੍ਰਭਾਵ ਇੱਕ ਵੈਕਟਰ ਕੁਆਂਟੀਟੀ ਹੈ। ਵੈਕਟਰ ਕੁਆਂਟੀਟੀ ਦਾ ਮਤਲਬ ਇਹਦਾ ਮੈਗਨੀਟਿਊਡ ਵੀ ਹੈ ਅਤੇ ਇਸ ਦੀ ਡਾਇਰੈਕਸ਼ਨ ਵੀ ਹੁੰਦੀ ਹੈ। ਹੁਣ ਐਕਸਪੈਰੀਮੈਂਟਲੀ ਜੋ ਦੇਖਿਆ ਗਿਆ ਉਹ ਸੀ ਕਿ ਜਿਹੜੀ ਇਹ ਮੈਗਨੈਟਿਕ ਫੀਲਡ ਪ੍ਰੋਡਿਊਸ ਹੋਈ ਉਹ ਕਰੰਟ ਦੇ ਉੱਪਰ ਡਿਪੈਂਡ ਕਰ ਰਹੀ ਹੈ। ਯਾਨੀ ਕਿ ਜੇ ਅਸੀਂ ਕਰੰਟ ਵਧਾਉਂਦੇ ਹਾਂ ਤਾਂ ਮੈਗਨੈਟਿਕ ਫੀਲਡ ਦੀ ਵੈਲਿਊ ਵੱਧ ਰਹੀ ਹੈ, ਘਟਾਉਂਦੇ ਹਾਂ ਤਾਂ ਘਟ ਰਹੀ ਹੈ। ਨੈਕਸਟ, ਇਹ ਮੈਗਨੈਟਿਕ ਫੀਲਡ ਦੀ ਵੈਲਿਊ ਲੈਂਥ ਦੇ ਉੱਪਰ ਡਿਪੈਂਡ ਕਰ ਰਹੀ ਹੈ। ਜਿੰਨਾ ਲੰਬਾ ਕੰਡਕਟਰ ਅਸੀਂ ਲਵਾਂਗੇ ਓਨੀ ਹੀ ਮੈਗਨੈਟਿਕ ਫੀਲਡ ਦੀ ਵੈਲਿਊ ਜ਼ਿਆਦਾ ਹੋਏਗੀ ਐਂਡ ਵਾਈਸ ਵਰਸਾ। ਤੀਸਰਾ, ਇਹ ਡਿਪੈਂਡ ਕਰ ਰਹੀ ਹੈ ਇਨਵਰਸਲੀ ਪ੍ਰੋਪੋਰਸ਼ਨਲ ਟੂ R। ਜਿੰਨੀ ਨੇੜੇ ਅਸੀਂ ਮੈਗਨੈਟਿਕ ਫੀਲਡ ਦੀ ਵੈਲਿਊ ਲਵਾਂਗੇ ਓਨੀ ਹੀ ਜ਼ਿਆਦਾ ਹੋਏਗੀ, ਜਿੰਨੀ ਅਸੀਂ ਦੂਰ ਦੇਖਣਾ ਚਾਹਾਂਗੇ ਚੁੰਬਕੀ ਪ੍ਰਭਾਵ ਓਨਾ ਹੀ ਘੱਟ ਹੁੰਦਾ ਜਾਏਗਾ। ਲਾਸਟ ਵਿੱਚ ਇਹ ਡਿਪੈਂਡ ਕਰਦੀ ਹੈ ਸਾਈਨ ਆਫ ਐਂਗਲ ਥੀਟਾ। ਜਿਹੜਾ ਅਸੀਂ ਇੱਥੇ ਐਂਗਲ ਥੀਟਾ ਸਾਡੀ ਡਾਇਗਰਾਮ ਵਿੱਚ ਦਿਖ ਰਿਹਾ ਹੈ, ਇਹ ਉਸ ਦੇ ਉੱਪਰ ਵੀ ਡਿਪੈਂਡ ਕਰਦਾ ਹੈ, ਪਰ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਇਟਸ ਸਾਈਨ ਕੰਪੋਨੈਂਟ ਆਫ ਦੀ ਥੀਟਾ। ਜੇ ਅਸੀਂ ਇਹ ਸਾਰੀਆਂ ਇਕੁਏਸ਼ਨਸ ਨੂੰ ਜੋੜ ਦਿੰਦੇ ਹਾਂ ਤਾਂ ਸਾਡੇ ਕੋਲੇ ਇੱਕ ਇਕੁਏਸ਼ਨ ਬਣਦੀ ਹੈ dB is directly proportional to I dl sin theta divided by r square। ਇੱਥੇ ਪ੍ਰੋਪੋਰਸ਼ਨੈਲਿਟੀ ਸਾਈਨ ਨੂੰ ਹਟਾਉਣ ਦਾ ਤਰੀਕਾ ਕੀ ਹੁੰਦਾ ਹੈ? ਅਸੀਂ ਇੱਕ ਕਨਸਟੈਂਟ ਆਫ ਪ੍ਰੋਪੋਰਸ਼ਨੈਲਿਟੀ ਇੰਟਰੋਡਿਊਸ ਕਰ ਦਿੰਦੇ ਹਾਂ, ਜਿਸ ਦੇ ਨਾਲ ਸਾਡੀ ਇਕੁਏਸ਼ਨ dB is equal to k I dl sin theta divided by r square ਹੋ ਜਾਂਦੀ ਹੈ। ਇੱਥੇ k ਇੱਕ ਕਨਸਟੈਂਟ ਆਫ ਪ੍ਰੋਪੋਰਸ਼ਨੈਲਿਟੀ ਹੈ ਜਿਸ ਦੀ ਵੈਲਿਊ mu naught upon 4 pi ਹੈ। mu naught upon 4 pi ਇੱਕ ਕਨਸਟੈਂਟ ਵੈਲਿਊ ਹੈ ਜਿਸ ਨੂੰ 10 to the power minus 7 ਲਿਖਿਆ ਜਾਂਦਾ ਹੈ। ਹੁਣ ਸਾਡੇ ਕੋਲੇ dB ਦੀ ਵੈਲਿਊ ਕੀ ਆ ਜਾਂਦੀ ਹੈ? mu naught upon 4 pi I dl sin theta divided by r square। ਪਰ ਅਸੀਂ ਪਹਿਲਾਂ ਹੀ ਪੜ੍ਹ ਚੁੱਕੇ ਹਾਂ ਕਿ dB ਇੱਕ ਵੈਕਟਰ ਹੁੰਦਾ ਹੈ, ਇਸ ਕਰਕੇ ਅਸੀਂ ਇਹਨੂੰ ਇੱਕ ਵੈਕਟਰ ਫਾਰਮ ਵਿੱਚ ਲਿਖਾਂਗੇ ਕਿਉਂਕਿ ਇੱਥੇ ਸਾਈਨ ਥੀਟਾ ਦਾ ਐਂਗਲ ਇੰਟਰੋਡਿਊਸ ਹੋ ਰਿਹਾ ਹੈ। ਇਹਦਾ ਮਤਲਬ ਸਾਡੇ ਕੋਲੇ ਕੁਛ ਨਾ ਕੁਛ ਕ੍ਰਾਸ ਪ੍ਰੋਡਕਟ ਹੋ ਰਿਹਾ ਹੋਵੇਗਾ। ਉਹ ਕ੍ਰਾਸ ਪ੍ਰੋਡਕਟ ਕਾਹਦੇ ਵਿੱਚ ਹੈ? ਕਰੰਟ ਐਲੀਮੈਂਟ ਅਤੇ ਯੂਨਿਟ ਵੈਕਟਰ ਆਫ ਦੀ ਡਿਸਟੈਂਸ ਦੇ ਵਿੱਚ। ਇਸ ਕਰਕੇ ਸਾਡਾ ਫਾਰਮੂਲਾ ਬਣ ਜਾਂਦਾ ਹੈ dB is equal to mu naught upon 4 pi I dl cross r cap divided by r cube। ਅਤੇ ਇਸ ਦੀ ਡਾਇਰੈਕਸ਼ਨ ਸਾਨੂੰ ਕ੍ਰਾਸ ਪ੍ਰੋਡਕਟ ਆਫ
ਕਰੰਟ ਐਲੀਮੈਂਟ ਐਂਡ ਡਿਸਟੈਂਸ ਦੇ ਯੂਨਿਟ ਵੈਕਟਰ ਨਾਲ ਮਿਲ ਸਕਦੀ ਹੈ। ਨੈਕਸਟ ਟੌਪਿਕ ਜੋ ਅਸੀਂ ਕਰਨਾ ਹੈ ਉਹ ਹੈ ਮੈਗਨੈਟਿਕ ਫੀਲਡ ਐਟ ਅ ਪੁਆਇੰਟ ਔਨ ਦੀ ਐਕਸਿਸ ਆਫ ਲੂਪ। ਲੂਪ ਦਾ ਮਤਲਬ ਜਿਵੇਂ ਤੁਸੀਂ ਆਪਦਾ ਕੜਾ ਚੂੜੀ ਦੇਖ ਸਕਦੇ ਹੋ। ਹੁਣ ਜੇ ਇਸ ਲੂਪ ਦੇ ਵਿੱਚੋਂ ਕੋਈ ਕਰੰਟ ਆਏ ਮੂਵ ਕਰ ਰਿਹਾ ਹੈ ਤਾਂ ਉਸਦੇ ਕਰਕੇ ਔਸਟਡ ਨੇ ਕਿਹਾ ਹੈ ਕਿ ਕੁਛ ਨਾ ਕੁਛ ਚੁੰਬਕੀ ਪ੍ਰਭਾਵ ਜ਼ਰੂਰ ਪ੍ਰੋਡਿਊਸ ਹੋਏਗਾ। ਅਸੀਂ ਕੀ ਕਰਨਾ ਹੈ, ਅਸੀਂ ਉਸ ਚੁੰਬਕੀ ਪ੍ਰਭਾਵ ਦੀ ਅੱਜ ਵੈਲਿਊ ਫਾਈਂਡ ਕਰਨੀ ਸਿੱਖਣੀ ਹੈ। ਇਸ ਨੂੰ ਕਰਨ ਵਾਸਤੇ ਸਭ ਤੋਂ ਪਹਿਲਾਂ ਸਾਨੂੰ ਕੰਸੀਡਰ ਕਰਨਾ ਪਏਗਾ ਇੱਕ ਲੂਪ ਜਿਸ ਦਾ ਰੇਡੀਅਸ ਹੈ a and it is carrying a current I with center at O। ਅਸੀਂ ਇੱਕ ਪੁਆਇੰਟ ਲੈ ਰਹੇ ਹਾਂ, ਟੇਕ ਅ ਪੁਆਇੰਟ P at a distance x from the center to determine the magnetic field। ਇਸ ਪੁਆਇੰਟ P ਦੇ ਉੱਤੇ ਅਸੀਂ ਮੈਗਨੈਟਿਕ ਫੀਲਡ ਦੀ ਵੈਲਿਊ ਫਾਈਂਡ ਕਰਨਾ ਚਾਹੁੰਦੇ ਹਾਂ। Now take a small current element IDL1। ਬਹੁਤ ਇੱਕ ਛੋਟਾ ਜਿਹਾ ਕਰੰਟ ਐਲੀਮੈਂਟ ਲਿਆ ਹੈ ਜਿਹਦਾ ਡਿਸਟੈਂਸ R1 ਹੈ P ਤੋਂ। ਇਸ ਕਰੰਟ ਐਲੀਮੈਂਟ ਦੇ ਕਰਕੇ ਬਾਇਰਟ-ਸਵਿਰਟ ਲਾਅ ਤੋਂ ਅਸੀਂ ਮੈਗਨੈਟਿਕ ਫੀਲਡ ਦੀ ਵੈਲਿਊ ਫਾਈਂਡ ਕਰ ਸਕਦੇ ਹਾਂ ਜੋ ਕਿ ਅਸੀਂ ਪਿੱਛੇ ਹੀ ਲੱਭੀ ਹੈ which is equal to dB1 is equal to mu naught upon 4 pi IDL1 cross R1 cap divided by R1 cube। ਇੱਥੇ ਅਸੀਂ ਡਾਇਗਰਾਮੈਟਿਕਲੀ ਇਹ ਦੇਖ ਸਕਦੇ ਹਾਂ ਕਿ IDL1 and R are making an angle of 90 degrees। ਹੁਣ ਇੱਥੇ ਐਂਗਲ ਥੀਟਾ ਜੋ ਹੈ ਉਹ 90 ਹੋਣ ਦੇ ਕਰਕੇ ਅਸੀਂ ਇਸ ਫਾਰਮੂਲਾ ਨੂੰ ਜਦੋਂ ਸਿੰਪਲੀਫਾਈ ਕਰਦੇ ਹਾਂ ਤਾਂ ਸਾਡੇ ਕੋਲੇ sin 90 ਦੀ ਵੈਲਿਊ 1 ਹੁੰਦੀ ਹੈ। ਇਹ ਅਸੀਂ ਸਾਰੇ ਪਹਿਲਾਂ ਤੋਂ ਹੀ ਜਾਣਦੇ ਹਾਂ। ਤਾਂ ਸਾਡੇ ਕੋਲੇ ਮੈਗਨੀਟਿਊਡ ਆਫ dB ਕਿੰਨਾ ਆ ਜਾਂਦਾ ਹੈ, mu naught upon 4 pi IDL1 divided by R1 square। ਕਿਉਂ? ਕਿਉਂਕਿ IDL and R1 are perpendicular to each other। ਨੈਕਸਟ ਸਟੈਪ ਵਿੱਚ ਅਸੀਂ ਇੱਕ ਕੰਸੀਡਰ ਕਰਾਂਗੇ ਇੱਕ ਨਵਾਂ ਕਰੰਟ ਐਲੀਮੈਂਟ ਜੋ ਕਿ ਡਾਇਆਮੈਟ੍ਰਿਕਲੀ ਆਪੋਜ਼ਿਟ ਹੋਏਗਾ, ਜਿਸ ਨੂੰ ਅਸੀਂ ਨਾਮ ਦਿੱਤਾ ਹੈ IDL2 which is at a distance of R2 from point P। ਇਸ ਕਰੰਟ ਐਲੀਮੈਂਟ ਦੇ ਕਰਕੇ ਮੈਗਨੈਟਿਕ ਫੀਲਡ ਜੋ ਪ੍ਰੋਡਿਊਸ ਹੋ ਰਹੀ ਹੈ ਉਹ ਹੈ dB2। ਇੱਥੇ ਵੀ ਕਰੰਟ ਐਲੀਮੈਂਟ ਐਂਡ ਯੂਨਿਟ ਵੈਕਟਰ ਦੇ ਵਿੱਚ ਐਂਗਲ 90 ਡਿਗਰੀਜ਼ ਹੈ, ਮਤਲਬ ਉਹ ਪਰਪੈਂਡੀਕੂਲਰ ਨੇ, ਜਿਸ ਦੇ ਕਰਕੇ dB2 ਦੀ ਵੈਲਿਊ ਕੀ ਆ ਰਹੀ ਹੈ mu naught upon 4 pi IDL2 divided by R2 ਦਾ ਸਕੁਆਇਰ। ਹੁਣ ਜੇ ਅਸੀਂ dB1 and dB2 ਨੂੰ ਇਹਦੇ ਰੈਕਟੈਂਗੂਲਰ ਕੰਪੋਨੈਂਟਸ ਵਿੱਚ ਡਿਵਾਈਡ ਕਰਦੇ ਹਾਂ, ਰੈਕਟੈਂਗੂਲਰ ਕੰਪੋਨੈਂਟਸ ਮਤਲਬ ਸਾਡੇ ਸਾਈਨ ਕੰਪੋਨੈਂਟ ਐਂਡ ਕੋਸ ਕੰਪੋਨੈਂਟ ਆਫ ਦਾ ਪਾਰਟਿਕੂਲਰ ਵੈਕਟਰ। ਅਸੀਂ ਇਹਨਾਂ ਦੋਨਾਂ ਕੰਪੋਨੈਂਟਸ ਨੂੰ ਡਿਵਾਈਡ ਕਰਨਾ ਹੈ ਇਹਦੇ ਰੈਕਟੈਂਗੂਲਰ ਕੰਪੋਨੈਂਟਸ ਵਿੱਚ। ਉਸ ਦੇ ਵਾਸਤੇ ਸਾਨੂੰ ਚਾਹੀਦਾ ਹੈ ਐਂਗਲ ਥੀਟਾ। ਡਾਇਆਮੈਟ੍ਰਿਕਲੀ ਅਸੀਂ ਐਂਗਲ ਥੀਟਾ ਇਸ ਤਰੀਕੇ ਨਾਲ ਰਿਪਰੈਜ਼ੈਂਟ ਕਰ ਲਿਆ। ਹੁਣ ਸਾਡੇ ਕੋਲੇ ਕੀ ਵੈਕਟਰਸ ਆਏ, dB1 ਦੇ ਵੈਕਟਰਸ ਨੇ ਕੰਪੋਨੈਂਟਸ ਨੇ dB1 cos ਥੀਟਾ ਐਂਡ dB1 sin ਥੀਟਾ। ਉਸੇ ਤਰੀਕੇ ਨਾਲ dB2 ਦੇ ਰੈਕਟੈਂਗੂਲਰ ਕੰਪੋਨੈਂਟਸ ਬਣ ਰਹੇ ਹਨ dB2 cos ਥੀਟਾ ਐਂਡ dB2 sin ਥੀਟਾ। ਹੁਣ ਜੇ ਕਿਉਂਕਿ ਇਹ ਡਾਇਆਮੈਟ੍ਰਿਕਲੀ ਆਪੋਜ਼ਿਟ ਕਰੰਟ ਐਲੀਮੈਂਟ ਨੇ, ਇਸੇ ਕਰਕੇ DL1 is equal to DL2। ਅਸੀਂ ਇਹ ਲੈ ਰਹੇ ਹਾਂ ਕਿ ਇਹ ਦੋਨੋਂ ਵੈਲਿਊਜ਼ ਇਕੁਅਲ ਨੇ। ਕਿਉਂ? ਕਿਉਂਕਿ ਇਹ ਡਾਇਆਮੈਟ੍ਰਿਕਲੀ ਆਪੋਜ਼ਿਟ ਕਰੰਟ ਐਲੀਮੈਂਟ ਹੈ, ਤਾਂ ਉਸ ਨੂੰ ਅਸੀਂ ਸਪੋਜ਼ ਕਰ ਰਹੇ ਹਾਂ ਕਿ ਅਸੀਂ DL ਲੈ ਲਈਏ ਐਂਡ R1 will be equal to R2 ਬਿਕੋਜ਼ ਜਿਹੜੀ ਲੂਪ ਹੈ ਉਹ ਇੱਕ ਸਰਕਲ ਹੈ। ਇਸ ਕਰਕੇ ਅਸੀਂ R1 equal to R2 is equal to R ਸਪੋਜ਼ ਕਰ ਲਿਆ। ਇਹਨਾਂ ਵੈਲਿਊਜ਼ ਨੂੰ ਪੁੱਟ ਕਰਨ ਦੇ ਕਰਕੇ ਸਾਡੇ ਕੋਲੇ ਮੈਗਨੀਟਿਊਡ ਆਫ ਦਾ ਮੈਗਨੈਟਿਕ ਫੀਲਡ dB1 ਐਂਡ dB2 ਉਹ ਇਕੁਅਲ ਹੋ ਜਾਂਦੇ ਹਨ, ਜਿਸ ਨੂੰ ਅਸੀਂ ਸਪੋਜ਼ ਕਰ ਲਿਆ ਕਿ dB ਹੈ। ਇਸ dB ਦੀ ਵੈਲਿਊ ਫਾਈਂਡ ਕੀਤੀ ਗਈ ਤਾਂ ਕੀ ਆਈ mu naught upon 4 pi IDL divided by R square। ਨੈਕਸਟ ਅਸੀਂ ਡਾਇਗਰਾਮੈਟਿਕਲੀ ਇਹ ਦੇਖਦੇ ਹਾਂ ਕਿ ਜਿਹੜੇ ਕੰਪੋਨੈਂਟਸ ਨੇ ਨੋਰਮਲ ਟੂ ਦੀ ਐਕਸਿਸ ਉਹ ਇੱਕ ਦੂਜੇ ਨੂੰ ਕੈਂਸਲ ਕਰ ਰਹੇ ਨੇ। ਕਿਹੜੇ ਕੰਪੋਨੈਂਟ? ਜਿਹੜੇ ਕੋਸ ਕੰਪੋਨੈਂਟ ਬਣ ਰਹੇ ਨੇ dB1 ਐਂਡ dB2 ਦੇ, ਉਹ ਬਿਲਕੁਲ ਇੱਕ ਦੂਜੇ ਦੇ ਆਪੋਜ਼ਿਟ ਡਾਇਰੈਕਸ਼ਨ ਵਿੱਚ ਜਾ ਰਹੇ ਨੇ ਤੇ ਉਹਨਾਂ ਦਾ ਮੈਗਨੀਟਿਊਡ ਸੇਮ ਹੈ, ਇਸ ਕਰਕੇ ਉਹ ਇੱਕ ਦੂਜੇ ਨੂੰ ਕੈਂਸਲ ਕਰ ਰਹੇ ਨੇ। ਤੇ ਜਿਹੜੇ ਕੰਪੋਨੈਂਟਸ ਅਲੋਂਗ ਦੀ ਐਕਸਿਸ ਨੇ ਮਤਲਬ ਸਾਈਨ ਕੰਪੋਨੈਂਟਸ, ਉਹ ਇੱਕ ਹੀ ਡਾਇਰੈਕਸ਼ਨ ਵਿੱਚ ਜਾ ਰਹੇ ਨੇ, ਜਿਹਦੇ ਕਰਕੇ ਦੋਨੋਂ ਕੰਪੋਨੈਂਟਸ ਐਡ ਅਪ ਹੋ ਰਹੇ ਨੇ।
ਹੁਣ ਜੇ ਅਸੀਂ ਟੋਟਲ ਮੈਗਨੈਟਿਕ ਫੀਲਡ ਇਸ ਪੁਆਇੰਟ P ਦੇ ਉੱਪਰ ਕੱਢਣੀ ਹੋਵੇ ਬਿਕੋਜ਼ ਆਫ ਦੀ ਇੰਟਾਇਰ ਲੂਪ, ਉਹਦੇ ਵਾਸਤੇ ਸਾਨੂੰ ਕੀ ਕਰਨਾ ਪਏਗਾ, ਸਾਨੂੰ dB ਸਾਈਨ ਕੰਪੋਨੈਂਟ ਲੈਣਾ ਪਏਗਾ ਤੇ ਉਸ ਦਾ ਫੁੱਲ ਕਲੋਜ਼ਡ ਇੰਟਰਵਲ ਲੈਣਾ ਪਏਗਾ, ਇੰਟੈਗਰਲ ਲੈਣਾ ਪਏਗਾ। ਉਸ ਦੀ ਵੈਲਿਊ ਕੀ ਆਏਗੀ, b ਇਜ਼ ਇਕੁਅਲ ਟੂ dB ਸਾਈਨ ਥੀਟਾ ਦਾ ਕਲੋਜ਼ਡ ਇੰਟਰਗਰਲ is equal to mu naught I upon 4 pi r square sin theta dl, ਜੋ ਕਿ ਉੱਪਰ ਅਸੀਂ ਫਾਰਮੂਲਾ ਕੱਢਿਆ ਹੀ ਹੋਇਆ ਹੈ ਤੇ ਨਾਲ ਇਹਦੇ ਸਾਈਨ ਕੰਪੋਨੈਂਟ ਲਗਾਉਣਾ ਹੈ। ਇਸ ਦੀ ਵੈਲਿਊ ਆਏਗੀ ਬਿਕੋਜ਼ mu naught I upon 4 pi r square sin theta ਕੌਨਸਟੈਂਟ ਹਨ, ਇਸ ਕਰਕੇ ਅਸੀਂ ਇੰਟੈਗਰਲ ਤੋਂ ਬਾਹਰ ਕੱਢ ਲਏ ਤਾਂ ਸਾਡੇ ਕੋਲ ਇੰਟੈਗਰਲ ਦੇ ਅੰਦਰ ਕੀ ਬਚਦਾ ਹੈ, ਸਿਰਫ dl। ਹੁਣ ਅਸੀਂ ਇੱਥੇ ਕੀ ਕਰਨਾ ਹੈ, ਅਸੀਂ ਦੋ ਕੰਪੋਨੈਂਟਸ ਦੀ ਵੈਲਿਊ ਫਾਈਂਡ ਕਰਨੀ ਹੈ। ਸਭ ਤੋਂ ਪਹਿਲਾਂ ਸਾਡੇ ਕੋਲੇ ਸਾਈਨ ਥੀਟਾ ਦੀ ਵੈਲਿਊ ਹੋਣੀ ਚਾਹੀਦੀ ਹੈ ਤਾਂ ਕਿ ਸਾਡੇ ਕੋਲੇ ਇਕੁਏਸ਼ਨ ਸਿੰਪਲੀਫਾਈ ਹੋ ਸਕੇ, ਤੇ ਦੂਸਰੀ dl ਦਾ ਕਲੋਜ਼ ਇੰਟਰਵਲ ਦੀ ਵੈਲਿਊ ਹੋਣੀ ਚਾਹੀਦੀ ਹੈ। dl ਕਲੋਜ਼ ਇੰਟੈਗਰਲ ਦੀ ਵੈਲਿਊ ਕੀ ਹੈ, 2 pi a which is the circumference of the loop of radius a। ਇੱਥੇ ਅਸੀਂ radius a ਲੈ ਰਹੇ ਹਾਂ ਤਾਂ ਉਹਦਾ ਸਰਕਮਫਰੈਂਸ ਕੀ ਹੋਏਗਾ, 2 pi a। ਨੈਕਸਟ ਅਸੀਂ ਲੈਂਦੇ ਹਾਂ ਸਾਈਨ ਥੀਟਾ। ਸਾਈਨ ਥੀਟਾ ਦੀ ਵੈਲਿਊ ਅਸੀਂ ਡਾਇਗਰਾਮੈਟਿਕਲੀ ਫਾਈਂਡ ਕਰ ਸਕਦੇ ਹਾਂ which is equal to a divided by r। ਇਹ ਦੋਨੋਂ ਵੈਲਿਊਜ਼ ਜਦੋਂ ਅਸੀਂ ਉੱਪਰ ਵਾਲੀ ਇਕੁਏਸ਼ਨ ਵਿੱਚ ਪੁੱਟ ਕਰਦੇ ਹਾਂ ਤਾਂ ਸਾਡੇ ਕੋਲੇ ਆਂਦਾ ਹੈ b is equal to mu naught I upon 4 pi r square a upon r into 2 pi a। ਜੇ ਅਸੀਂ ਇਹਨੂੰ ਸਿੰਪਲੀਫਾਈਡ ਵੇ ਵਿੱਚ ਲਿਖਦੇ ਹਾਂ ਤਾਂ ਉਹ ਸਾਡੇ ਕੋਲੇ ਆਂਦਾ ਹੈ b is equal to mu naught upon 4 pi into 2 pi a square I divided by r cube। ਇੱਥੇ ਅਸੀਂ 2 pi ਨੂੰ 4 pi ਨਾਲ ਇਸ ਕਰਕੇ ਕੈਂਸਲ ਆਊਟ ਨਹੀਂ ਕੀਤਾ ਕਿਉਂਕਿ ਸਾਡੇ ਕੋਲੇ mu naught upon 4 pi ਦੀ ਵੈਲਿਊ 10 to the power minus 7 ਹੁੰਦੀ ਹੈ, ਜੋ ਕਿ ਸਾਨੂੰ ਨੂਮੈਰੀਕਲਸ ਵਗੈਰਾ ਵਿੱਚ ਬਹੁਤ ਹੈਲਪਫੁਲ ਰਹਿੰਦੀ ਹੈ। ਨੈਕਸਟ ਅਸੀਂ ਕਰਨਾ ਹੈ, ਯੂਜ਼ ਕਰਨੀ ਹੈ ਪਾਈਥਾਗੋਰਸ ਥਿਓਰਮ ਤਾਂ ਕਿ ਅਸੀਂ ਨੈਕਸਟ ਸਟੈਪਸ ਵੱਲ ਚੱਲ ਸਕੀਏ। ਪਾਈਥਾਗੋਰਸ ਥਿਓਰਮ ਕੀ ਕਹਿੰਦੀ ਹੈ, ਹਾਈਟ ਸਕੁਆਇਰ ਪਲੱਸ ਬੇਸ ਸਕੁਆਇਰ ਇਜ਼ ਇਕੁਅਲ ਟੂ ਹਾਈਪੋਟੇਨਸ ਸਕੁਆਇਰ। ਇੱਥੇ ਹਾਈਪੋਟੇਨਸ ਕੀ ਆ ਰਿਹਾ ਹੈ r, ਉਹਦਾ ਬੇਸ ਕੀ ਆ ਰਿਹਾ ਹੈ x ਐਂਡ ਹਾਈਟ ਕੀ ਆ ਰਹੀ ਹੈ a। ਇਸ ਕਰਕੇ r ਸਕੁਆਇਰ ਇਜ਼ ਇਕੁਅਲ ਟੂ x ਸਕੁਆਇਰ ਪਲੱਸ a ਸਕੁਆਇਰ। ਇੱਥੋਂ ਅਸੀਂ r ਦੀ ਵੈਲਿਊ ਫਾਈਂਡ ਕਰਦੇ ਹਾਂ which is equal to x square plus a square to the power half। ਹੁਣ ਅਸੀਂ ਇਸ r ਦੀ ਵੈਲਿਊ ਨੂੰ ਉੱਪਰ ਮੈਗਨੈਟਿਕ ਫੀਲਡ ਦੀ ਵੈਲਿਊ ਵਿੱਚ ਪੁੱਟ ਕਰਨਾ ਹੈ, ਜਿਸ ਦੇ ਨਾਲ ਸਾਡਾ ਮੈਗਨੈਟਿਕ ਫੀਲਡ ਦਾ ਫਾਰਮੂਲਾ ਬਣਦਾ ਹੈ mu naught upon 4 pi into 2 pi a square I divided by x square plus a square to the power 3/2। ਹੁਣ ਅਸੀਂ ਇਸ ਡੈਰੀਵੇਸ਼ਨ ਦੇ ਕੁਝ ਸਪੈਸ਼ਲ ਕੇਸਿਸ ਕਰਨੇ ਹਨ। ਕੇਸ ਨੰਬਰ 1, ਜੇ x ਦੀ ਵੈਲਿਊ 0 ਹੋਵੇ that is center of the loop। ਸੈਂਟਰ ਆਫ ਦੀ ਲੂਪ ਮਤਲਬ ਉਹ ਪੁਆਇੰਟ ਦੇ ਉੱਪਰ ਅਸੀਂ ਮੈਗਨੈਟਿਕ ਫੀਲਡ ਦੀ ਵੈਲਿਊ ਫਾਈਂਡ ਕਰਨੀ ਹੈ। ਜੇ ਅਸੀਂ x ਇਕੁਅਲ ਟੂ 0 ਪੁੱਟ ਕਰਦੇ ਹਾਂ ਤਾਂ ਸਾਡੇ ਕੋਲੇ ਮੈਗਨੈਟਿਕ ਫੀਲਡ ਇਕੁਅਲ ਟੂ mu naught I upon 2a ਹੋ ਜਾਂਦੀ ਹੈ। ਨੈਕਸਟ ਕੇਸ ਅਸੀਂ ਕਰਨਾ ਹੈ x is very very large as compared to a, ਜਿਹਦਾ ਮਤਲਬ ਹੈ ਪੁਆਇੰਟ P ਲੂਪ ਤੋਂ ਬਹੁਤ ਜ਼ਿਆਦਾ ਦੂਰ ਹੈ। ਇਸ ਦੇ ਨਾਲ ਹੀ x ਸਕੁਆਇਰ ਪਲੱਸ a ਸਕੁਆਇਰ ਅਪਰੋਕਸੀਮੇਟਲੀ x ਸਕੁਆਇਰ ਦੇ ਇਕੁਅਲ ਹੋ ਜਾਂਦਾ ਹੈ, ਮਤਲਬ ਅਸੀਂ a ਦੀ ਵੈਲਿਊ ਨੂੰ ਨਿਗਲੈਕਟ ਕਰ ਸਕਦੇ ਹਾਂ। ਇਸ ਦੇ ਨਾਲ ਹੀ b ਦੀ ਵੈਲਿਊ ਕੀ ਹੋ ਜਾਂਦੀ ਹੈ, mu naught I upon a square divided by 2x cube। ਇਸ ਫਾਰਮੂਲੇ ਦੇ ਨਾਲ ਹੀ ਸਾਡੇ ਅੱਜ ਦੇ ਡੈਰੀਵੇਸ਼ਨਸ ਜੋ ਹੈ ਉਹ ਕੰਪਲੀਟ ਹੁੰਦੀਆਂ ਨੇ। ਹੁਣ ਅਸੀਂ ਨੈਕਸਟ ਕਰਾਂਗੇ ਕੁਝ ਨੂਮੈਰੀਕਲਸ, ਪਰ ਨੂਮੈਰੀਕਲਸ ਨੂੰ ਸੋਲਵ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਕੁਝ ਸਟੈਪ ਸਿਖਾਉਣਾ ਚਾਹੁੰਦੀ ਹਾਂ ਜਿਹੜੇ ਕਿ ਤੁਹਾਨੂੰ ਬਹੁਤ ਹੈਲਪਫੁਲ ਰਹਿਣਗੇ। ਸਟੈਪਸ ਟੂ ਸੋਲਵ ਦ ਨੂਮੈਰੀਕਲਸ। ਸਭ ਤੋਂ ਪਹਿਲਾ ਸਟੈਪ ਹੈ ਰੀਡ ਦ ਨੂਮੈਰੀਕਲ ਕੇਅਰਫੁਲੀ। ਤੁਹਾਨੂੰ ਸਟੇਟਮੈਂਟ ਹਮੇਸ਼ਾ ਬਹੁਤ ਧਿਆਨ ਨਾਲ ਪੜ੍ਹਨੀ ਚਾਹੀਦੀ ਹੈ। ਸੈਕੰਡ ਸਟੈਪ ਹੈ ਰਾਈਟ ਆਲ ਦੀ ਗਿਵਨ ਵੈਲਿਊਜ਼। ਜੋ ਵੀ ਤੁਹਾਡੇ ਕੋਲੇ ਨੂਮੈਰੀਕਲ ਵਿੱਚ ਗਿਵਨ ਹੈ ਉਹਨੂੰ ਪਹਿਲਾਂ ਲਿਖ ਲਓ। ਉਸ ਤੋਂ ਬਾਅਦ ਕਨਵਰਟ ਆਲ ਦੀ ਗਿਵਨ ਵੈਲਿਊਜ਼ ਇਨ SI ਯੂਨਿਟਸ। ਸਾਰੇ ਦੇ ਸਾਰੇ ਯੂਨਿਟਸ ਤੁਸੀਂ SI ਵਿੱਚ ਕਨਵਰਟ ਕਰ ਲਓ ਤਾਂ ਕਿ ਤੁਹਾਨੂੰ ਕੋਈ ਵੀ ਹੋਰ ਪ੍ਰੋਬਲਮ ਨਾ ਆਵੇ। ਨੈਕਸਟ ਸਾਡੇ ਕੋਲੇ ਆਂਦਾ ਹੈ what is to be calculated, write its formula। ਜੋ ਵੀ ਤੁਸੀਂ ਕੈਲਕੂਲੇਟ ਕਰਨਾ ਹੈ ਉਹਦਾ ਫਾਰਮੂਲਾ ਪਹਿਲਾਂ ਹੀ ਲਿਖ ਲਓ। ਉਸ ਤੋਂ ਬਾਅਦ ਸਾਰੀਆਂ ਵੈਲਿਊਜ਼ ਜੋ ਵੀ ਗਿਵਨ ਨੇ ਉਹ ਉਸ ਫਾਰਮੂਲੇ ਦੇ ਵਿੱਚ ਸਬਸਟੀਟਿਊਟ ਕਰ ਲਓ। ਨੈਕਸਟ ਤੁਸੀਂ ਆਪਣੇ ਆਪ ਆਨਸਰ ਤੁਸੀਂ ਕੈਲਕੂਲੇਟ ਕਰ ਸਕਦੇ ਹੋ, ਮੈਥਮੈਟੀਕਲ ਪਾਰਟ ਹੁੰਦਾ ਹੈ। ਲਾਸਟ ਸਟੈਪ ਜੋ ਕਿ ਬਹੁਤ ਇੰਪੋਰਟੈਂਟ ਹੈ ਤੇ ਤੁਸੀਂ ਕਾਫੀ ਵਾਰ ਭੁੱਲ ਜਾਂਦੇ ਹੋ
विच इज़ राइट द यूनिट्स। ਜਿਹੜੀ ਵੀ ਚੀਜ਼ ਤੁਸੀਂ ਫਾਈਂਡ ਕੀਤੀ ਹੈ ਪਲੀਜ਼ ਉਹਦੇ ਯੂਨਿਟਸ ਜ਼ਰੂਰ ਲਿਖੋ। ਹੁਣ ਅਸੀਂ ਤੁਹਾਡੀ ਪ੍ਰੈਕਟਿਸ ਲਈ ਪਹਿਲਾ ਨੂਮੈਰੀਕਲ ਸੋਲਵ ਕਰਨ ਜਾ ਰਹੇ ਹਾਂ। ਨੂਮੈਰੀਕਲ ਦੀ ਸਟੇਟਮੈਂਟ ਨੂੰ ਸਭ ਤੋਂ ਪਹਿਲਾ ਸਟੈਪ ਹੈ ਪੜ੍ਹਨਾ ਹੈ। Calculate the magnetic field due to circular coil of 500 turns and of diameter 0.1 meter carrying a current of 7 ampere. A part at a point on the axis of the coil distant 0.12 meters. B part at the center of the coil. ਤੁਸੀਂ ਸਾਰੀ ਦੀ ਸਾਰੀ ਸਟੇਟਮੈਂਟ ਪੜ੍ਹ ਚੁੱਕੇ ਹੋ। ਹੁਣ ਅਸੀਂ ਨੈਕਸਟ ਸਟੈਪ ਤੇ ਪਹੁੰਚਦੇ ਹਾਂ। ਸੋਲਿਊਸ਼ਨ ਵਾਸਤੇ ਸਭ ਤੋਂ ਪਹਿਲਾਂ ਅਸੀਂ ਕੀ ਲਿਖਣਾ ਹੈ, ਜੋ ਵੈਲਿਊ ਸਾਨੂੰ ਗਿਵਨ ਨੇ। ਤਾਂ ਇੱਥੇ ਸਾਨੂੰ ਕੀ ਗਿਵਨ ਹੈ, n is equal to 500, ਕਰੰਟ ਦੀ ਵੈਲਿਊ 7 ਐਂਪੀਅਰ। ਇੱਥੇ ਸਾਡੇ ਕੋਲੇ ਡਾਇਆਮੀਟਰ ਦਿੱਤਾ ਹੈ ਤੇ ਸਾਨੂੰ ਹਮੇਸ਼ਾ ਰੇਡੀਅਸ ਦੀ ਵੈਲਿਊ ਚਾਹੀਦੀ ਹੁੰਦੀ ਹੈ। ਤਾਂ ਰੇਡੀਅਸ ਫਾਈਂਡ ਕਰਨ ਵਾਸਤੇ ਅਸੀਂ ਡਾਇਆਮੀਟਰ ਨੂੰ ਡਿਵਾਈਡ ਬਾਈ 2 ਕਰ ਦਾਂਗੇ। ਤਾਂ ਸਾਡੇ ਕੋਲੇ a is equal to 0.1 divided by 2 which is equal to 0.05 ਮੀਟਰ ਹੋ ਜਾਂਦਾ ਹੈ। ਨੈਕਸਟ ਸਾਡੇ ਕੋਲ ਦਿੱਤੀ ਹੈ x ਦੀ ਵੈਲਿਊ which is equal to 0.12 ਮੀਟਰ। ਨੈਕਸਟ ਸਟੈਪ ਵਿੱਚ ਅਸੀਂ ਕੀ ਕਰਨਾ ਹੁੰਦਾ ਹੈ, ਅਸੀਂ ਸਾਰੇ ਦੇ ਸਾਰੇ ਯੂਨਿਟਸ SI ਵਿੱਚ ਕਨਵਰਟ ਕਰਨੇ ਹੁੰਦੇ ਆ। ਇੱਥੇ ਅਸੀਂ ਦੇਖ ਸਕਦੇ ਹਾਂ ਕਿ ਸਾਰੇ ਯੂਨਿਟਸ ਆਲਰੇਡੀ SI ਵਿੱਚ ਨੇ, ਤਾਂ ਸਾਨੂੰ ਕੋਈ ਕਨਵਰਜਨ ਦੀ ਲੋੜ ਨਹੀਂ ਹੈ। ਨੈਕਸਟ ਅਸੀਂ ਦੇਖਦੇ ਹਾਂ ਕਿ ਅਸੀਂ ਕੀ ਫਾਈਂਡ ਕਰਨਾ ਹੈ। ਅਸੀਂ ਫਾਈਂਡ ਕਰਨਾ ਹੈ ਮੈਗਨੈਟਿਕ ਫੀਲਡ ਐਟ ਅ ਪੁਆਇੰਟ ਔਨ ਦੀ ਐਕਸਿਸ ਆਫ ਦੀ ਕੋਇਲ, ਤੇ ਉਸ ਦਾ ਫਾਰਮੂਲਾ ਲਿਖਣਾ ਹੈ which is given by B is equal to mu naught upon 4 pi 2 pi n I a square divided by a square plus x square to the power 3 by 2। ਹੁਣ ਇਸ ਫਾਰਮੂਲਾ ਦੇ ਵਿੱਚ ਉੱਪਰ ਗਿਵਨ ਵੈਲਿਊਜ਼ ਪੁੱਟ ਕਰ ਦੇਣੀਆਂ ਨੇ, ਮਤਲਬ ਕਿ n ਦੀ ਵੈਲਿਊ, i ਦੀ ਵੈਲਿਊ, a ਦੀ ਵੈਲਿਊ ਤੇ x ਦੀ ਵੈਲਿਊ ਪੁੱਟ ਕਰਨੀ ਹੈ। ਸਾਨੂੰ ਪਤਾ ਹੈ mu naught upon 4 pi 10 to the power minus 7 ਹੈ। ਇਸ ਦੇ ਨਾਲ ਹੀ ਜਦੋਂ ਅਸੀਂ ਇਹ ਸਾਰੀਆਂ ਵੈਲਿਊਜ਼ ਉੱਪਰ ਮੈਗਨੈਟਿਕ ਫੀਲਡ ਦੇ ਫਾਰਮੂਲਾ ਵਿੱਚ ਪੁੱਟ ਕਰਦੇ ਹਾਂ ਤੇ ਆਨਸਰ ਕੱਢਦੇ ਹਾਂ ਤਾਂ ਉਹ ਆਂਦਾ ਹੈ 2.5 into 10 to the power minus 3 ਟੈਸਲਾ। ਲਾਸਟ ਸਟੈਪ ਜਿਹੜਾ ਅਸੀਂ ਲਿਖਣਾ ਹੁੰਦਾ ਹੈ ਉਹ ਹੁੰਦੇ ਹੈ ਯੂਨਿਟਸ, ਬਿਕੋਜ਼ ਇੱਥੇ ਮੈਗਨੈਟਿਕ ਫੀਲਡ ਫਾਈਂਡ ਕੀਤੀ ਗਈ ਹੈ ਤਾਂ ਸਾਡੇ ਕੋਲੇ ਯੂਨਿਟਸ ਕੀ ਆਣਗੇ, ਟੈਸਲਾ। ਹੁਣ ਅਸੀਂ ਬੀ ਪਾਰਟ ਲਿਖਣਾ ਹੈ। ਬੀ ਪਾਰਟ ਵਿੱਚ ਕੀ ਕੱਢਣਾ ਹੈ, ਮੈਗਨੈਟਿਕ ਫੀਲਡ ਐਟ ਦੀ ਸੈਂਟਰ ਆਫ ਦੀ ਕੋਇਲ। ਇਸ ਦਾ ਫਾਰਮੂਲਾ ਕੀ ਬਣਦਾ ਸੀ, B is equal to mu naught upon 4 pi 2 pi ni divided by a। ਤਾਂ ਇਸ ਫਾਰਮੂਲਾ ਵਿੱਚ ਹੁਣ ਸਾਨੂੰ x ਦੀ ਲੋੜ ਤਾਂ ਨਹੀਂ ਹੈ, n ਦੀ ਵੈਲਿਊ ਪੁੱਟ ਕਰ ਦਿਓ, i ਦੀ ਵੈਲਿਊ ਪੁੱਟ ਕਰ ਦਿਓ ਐਂਡ a ਦੀ ਵੈਲਿਊ ਪੁੱਟ ਕਰ ਦਿਓ, ਜਿਸ ਦੇ ਨਾਲ b is equal to 4.4 into 10 to the power minus 2 ਟੈਸਲਾ ਹੋ ਜਾਂਦਾ ਹੈ। ਪਲੀਜ਼ ਯੂਨਿਟਸ ਹਮੇਸ਼ਾ ਯਾਦ ਰੱਖਣੇ ਆ ਕਿ ਤੁਸੀਂ ਲਿਖਣੇ ਹੀ ਲਿਖਣੇ ਹੈ। ਹੁਣ ਅਸੀਂ ਤੁਹਾਡੀ ਪ੍ਰੈਕਟਿਸ ਲਈ ਇੱਕ ਹੋਰ ਨੂਮੈਰੀਕਲ ਸੋਲਵ ਕਰਕੇ ਦੇਖਦੇ ਹਾਂ। ਸਭ ਤੋਂ ਪਹਿਲਾ ਸਟੈਪ, ਸਟੇਟਮੈਂਟ ਨੂੰ ਚੰਗੀ ਤਰ੍ਹਾਂ ਪੜ੍ਹੋ। A current of 10 ampere flows through a circular coil of 50 turns. Calculate the magnetic field at a point situated at a distance of 3 meter on the axis from the center of the coil. The radius of the coil is 10 centimeter. Next step, ਜੋ ਵੈਲਿਊਜ਼ ਗਿਵਨ ਨੇ ਉਹਨਾਂ ਨੂੰ ਲਿਖ ਲੈਂਦੇ ਹਾਂ। ਇੱਥੇ n is equal to 50 ਹੈ, I 10, a is given as 10 centimeter, x is given as 3 meters। ਨੈਕਸਟ ਸਟੈਪ ਕੀ ਆਂਦਾ ਹੈ, ਅਸੀਂ ਸਾਰੇ ਦੇ ਸਾਰੇ SI ਯੂਨਿਟਸ ਵਿੱਚ ਕਨਵਰਟ ਕਰਨੀ ਹੈ ਵੈਲਿਊਜ਼ ਨੂੰ। ਇੱਥੇ ਰੇਡੀਅਸ ਆਫ ਦੀ ਕੋਇਲ CGS ਯੂਨਿਟ ਵਿੱਚ ਹੈ, ਤਾਂ ਅਸੀਂ ਉਹਨੂੰ SI ਵਿੱਚ ਕਨਵਰਟ ਕਰਨਾ ਹੈ ਤਾਂ ਉਹ ਮੀਟਰਸ ਦੇ ਯੂਨਿਟ ਹੁੰਦੇ ਹਨ। ਕਨਵਰਜਨ ਲਈ ਅਸੀਂ ਕੀ ਕਰਾਂਗੇ, ਡਿਵਾਈਡ ਬਾਈ 100। ਤਾਂ ਸਾਡੇ ਕੋਲੇ ਰੇਡੀਅਸ ਆਫ ਦੀ ਕੋਇਲ ਦੀ ਵੈਲਿਊ ਆ ਜਾਂਦੀ ਹੈ 0.1 ਮੀਟਰ। ਨੈਕਸਟ ਸਟੈਪ ਹੈ, ਤੁਸੀਂ ਕੀ ਫਾਈਂਡ ਕਰਨਾ ਚਾਹੁੰਦੇ ਹੋ ਉਸ ਦਾ ਫਾਰਮੂਲਾ ਲਿਖਣਾ। ਇੱਥੇ ਅਸੀਂ ਮੈਗਨੈਟਿਕ ਫੀਲਡ ਐਟ ਅ ਪੁਆਇੰਟ ਔਨ ਦੀ ਐਕਸਿਸ ਆਫ ਦੀ ਕੋਇਲ ਫਾਈਂਡ ਕਰਨਾ ਚਾਹੁੰਦੇ ਹਾਂ, ਜਿਸ ਦਾ ਫਾਰਮੂਲਾ ਹੈ mu naught upon 4 pi 2 pi ni a square divided by a square plus x square to the power 3 by 2। mu naught upon 4 pi ਦੀ ਵੈਲਿਊ ਸਾਨੂੰ ਪਤਾ ਹੈ 10 to the power minus 7 ਹੁੰਦੀ ਹੈ, n ਦੀ ਵੈਲਿਊ 50 ਹੈ, i ਦੀ ਵੈਲਿਊ 10 ਹੈ, a ਦੀ ਵੈਲਿਊ 0.1 ਹੈ, x ਦੀ ਵੈਲਿਊ 3 ਹੈ। ਇਹ ਸਾਰੀਆਂ ਵੈਲਿਊਜ਼ ਉੱਪਰ ਫਾਰਮੂਲਾ ਵਿੱਚ ਜੋ ਗਿਵਨ ਹੈ ਉਸ ਦੇ ਵਿੱਚ ਪੁੱਟ ਕਰਨ ਦੇ ਨਾਲ ਹੀ ਸਾਡੇ ਕੋਲੇ ਆਨਸਰ ਆ ਜਾਂਦਾ ਹੈ 1.16 into 10 to the power minus 7 with the units ਟੈਸਲਾ। ਤੁਹਾਨੂੰ ਹਮੇਸ਼ਾ ਯੂਨਿਟਸ ਦਾ ਧਿਆਨ ਰੱਖਣਾ ਚਾਹੀਦਾ ਹੈ, ਬਿਕੋਜ਼ ਆਪਾਂ ਉੱਪਰ ਸਾਰੀਆਂ ਵੈਲਿਊਜ਼ SI ਵਿੱਚ ਕਨਵਰਟ ਕਰ ਚੁੱਕੇ ਹਾਂ ਤਾਂ ਸਾਨੂੰ ਨੀਚੇ ਵੀ ਉਹਦੇ ਯੂਨਿਟਸ ਨੂੰ ਜ਼ਿਆਦਾ ਸੋਚਣ ਦੀ ਲੋੜ ਨਹੀਂ ਪਏਗੀ। ਸਾਨੂੰ
SI ਯੂਨਿਟਸ ਹੀ ਇੰਟਰੋਡਿਊਸ ਕਰਵਾਉਣੇ ਪੈਣਗੇ। ਇਸ ਦੇ ਨਾਲ ਹੀ ਤੁਹਾਡਾ ਅੱਜ ਦਾ ਲੈਕਚਰ ਕੰਪਲੀਟ ਹੁੰਦਾ ਹੈ। ਆਈ ਹੋਪ ਤੁਹਾਨੂੰ ਸਟੈਪਸ ਟੂ ਸੋਲਵ ਦਾ ਨੂਮੈਰੀਕਲਸ ਚੰਗੀ ਤਰ੍ਹਾਂ ਸਮਝ ਆਏ ਹੋਣਗੇ ਅਤੇ ਤੁਸੀਂ ਅੱਗੇ ਫਿਊਚਰ ਵਿੱਚ ਇਹਨਾਂ ਨੂੰ ਯੂਜ਼ ਕਰਕੇ ਅੱਛੇ ਤੋਂ ਅੱਛੇ ਤਰੀਕੇ ਨਾਲ ਨੂਮੈਰੀਕਲ ਸੋਲਵ ਕਰ ਪਾਓਗੇ।